खबर लेंदे हां माछीवाड़ा तो। माछीवाड़ा साहिब शहर के नूरपुर रोड से स्थित बगदे बुढ़ा दरिया के नज़दीक पैंदी ਜ਼ਮੀਨ जो कि 47 ਕਨਾਲ 4 ਮਰਲੇ ਦੇ ਕਰੀਬ ਦੱਸੀ ਜਾ ਰਹੀ ਹੈ और 1947 ਤੋਂ ਲੈ ਕੇ ਕਬਜ਼ਾਕਾਰ ਅਤੇ ਸਥਾਨਕ ਨਗਰ ਕੌਂਸਲ ਪ੍ਰਸ਼ਾਸਨ ਆਪਣੋ ਆਪਣੇ ਜਿਹੜੇ ਦਾਅਵੇ ਆ ਉਹ ਪੇਸ਼ ਕਰ ਰਿਹਾ ਹੈ ਇਸ ਜ਼ਮੀਨ ਨੂੰ ਲੈ ਕੇ। ਕਬਜ਼ਾਕਾਰ ਕਰਨਵੀਰ ਸਿੰਘ ਨੇ ਕਿਹਾ ਹੈ ਕਿ 1947 ਤੋਂ ਸਾਡਾ ਇਸ ਜ਼ਮੀਨ ਤੇ ਕਬਜ਼ਾ ਹੈ, गोदावरी भी साड़ी है ਅਤੇ ਸਾਡੀ ਪੱਤੀ ਦੀ ਜ਼ਮੀਨ ਹੈ, ਜਦ ਕਿ ਹੁਣ ਇਹ ਜਗ੍ਹਾ ਜੋ ਹਾਈਵੇ ਲੰਘਣ ਕਰਕੇ ਜ਼ਮੀਨ ਦੀ ਜਿਹੜੀ ਕੀਮਤ ਹੈ ਉਹ ਇੱਕਦਮ ਵੱਧ ਗਈ। ਉੱਥੇ ਹੀ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਦੀ ਮਾਲਕੀ ਕਿਸੇ ਦੇ ਨਾਂ ਨਹੀਂ ਹੈ ਅਤੇ ਸ਼ਾਮਲਾਟ ਫੁੱਲਾਂ ਪੱਤੀ ਦੇ ਨਾਮ ਮਲਕੀਅਤ ਹੈ, ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਇੰਤਕਾਲ ਨਗਰ ਕੌਂਸਲ ਦੇ ਨਾਮ ਕੀਤਾ ਗਿਆ ਹੈ। ਇਹ ਜ਼ਮੀਨ ਸੰਬੰਧੀ ਜਾਣਕਾਰੀ ਦਿੰਦਿਆਂ ਕਬਜ਼ਾਕਾਰ ਕਰਨਵੀਰ ਸਿੰਘ ਪੁੱਤਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪਰਿਵਾਰ ਇਸ ਜ਼ਮੀਨ ਤੇ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਕਬਜ਼ ਹੈ। ਇਸ ਜ਼ਮੀਨ ਸੰਬੰਧੀ ਗੱਲ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਦਾ ਕਹਿਣਾ ਹੈ ਕਿ ਰਕਬਾ ਲੰਮੇ ਸਮੇਂ ਤੋਂ ਕਬਜ਼ਾਕਾਰ ਦੇ ਹੇਠ ਸੀ ਔਰ ਜਿਸ ਦਾ ਬੀਤੇ ਸਮੇਂ ਪਤਾ ਲੱਗਣ ਤੇ ਇਸ ਦੀ ਮਾਲਕੀ ਮਾਲ ਵਿਭਾਗ ਨੇ ਨਗਰ ਕੌਂਸਲ ਦੇ ਨਾਮ ਕਰ ਕਾਨੂੰਨ ਅਨੁਸਾਰ ਹੀ ਕੀਤੀ ਹੈ। ਇਸ ਸੰਬੰਧ ਵਿੱਚ ਹੋਰ ਕਿਸ ਨਾਲ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਬਾਈ ਮੇਰਾ ਨਾਮ ਜੀ ਕਰਨਵੀਰ ਸਿੰਘ ਆ ਜੀ। ਕਰਨਵੀਰ ਸਿੰਘ, ਜਿਹੜਾ ਨਗਰ ਕੌਂਸਲ ਮਾਛੀਵਾੜਾ ਸਾਹਿਬ ਨਾਲ ਥੋੜੀ ਜ਼ਮੀਨ ਦਾ ਵਿਵਾਦ ਚੱਲਦਾ, ਕੀ ਵਿਵਾਦ ਆ? ਵੀਰੇ ਅਸੀਂ 1947 ਤੋਂ ਜ਼ਮੀਨ ਦੇ ਉੱਤੇ ਕਾਬਜ਼ ਆ। ਪਹਿਲਾਂ ਮੇਰੇ ਦਾਦਾ ਜੀ ਸੀਗੇ ਤੇ ਸਾਡੇ ਮਾਲਕੀ ਜਿਹੜੀ ਇਸ ਜ਼ਮੀਨ ਦੀ ਉਹ ਪੱਤੀ ਦੇ ਨਾਮ ਆ ਤੇ ਗਰਦਾਵਰੀ ਸਾਡੇ ਨਾਲ ਚੱਲਦੀ ਆ ਰਹੀ 1947 ਤੋਂ ਹੀ। ਜਿਹੜੀ ਪੱਤੀ ਦੇ ਹੁੰਦੀ ਹੈ ਹਿੱਸੇਦਾਰੀ ਹੁੰਦੀ ਹੈ, ਇਹ 'ਚ ਪੱਤੀ 'ਚ ਕਈ ਪੱਤੇਦਾਰ ਹਿੱਸੇਦਾਰ ਹੁੰਦੇ ਨੇ, ਪਰ ਇਸ ਵਿੱਚ ਪੱਤੀ ਦੇ ਹਿੱਸੇਦਾਰ ਕਿੰਨੇ ਨੇ? ਵੀਰ ਜੀ ਇਹਦੇ ਵਿੱਚ ਕੋਈ ਹਿੱਸੇਦਾਰ ਨਹੀਂ, ਕਿਸੇ ਦਾ ਵੀ ਕੋਈ ਹਿੱਸੇਦਾਰ ਨਹੀਂ, ਕੋਈ ਪੱਤੀ ਦਾ ਕੋਈ ਨਾਲ ਦਾ ਸਾਡੇ ਕੋਈ ਕਿਸੇ ਦੇ ਨਾਲ ਹੋਰ ਕਿਸੇ ਦੇ ਨਾਂ ਦੇ ਗਦਾਵਰੀ ਹੈ ਨਹੀਂ ਗੀ। ਜਿਹੜੀ ਇਹ ਪੱਤੀ ਹੁੰਦੀ ਹੈ ਇਹ ਜ਼ਿਆਦਾਤਰ ਲੋਕਾਂ ਦੇ ਸਹੂਲਤ ਲਈ ਹੁੰਦੀ ਹੈ ਵੀ ਜਾਂ ਸਮਾਜਿਕ ਕੰਮਾਂ ਵਾਸਤੇ ਜ਼ਮੀਨ ਵਰਤੀ ਜਾ ਸਕਦੀ ਹੈ, ਪਰ ਇਹ ਤੁਸੀਂ ਕਹਿੰਦੇ ਹੋ ਸਾਡੇ ਇਹ ਕਦੇ ਵੀ ਕਿਸੇ ਵੀ ਜੋ ਸਾਡੇ ਪਿੰਡ ਦੇ ਲਈ ਕਦੇ ਕਿਸੇ ਕਾਮਨ ਪਰਪਸ ਲਈ ਕਦੇ ਨਹੀਂ ਵਰਤੀ ਗਈ। ਇਹ ਅਸੀਂ ਆਪਣੇ ਲਈ ਵਰਤੀ ਜਾ ਰਹੀ ਹੈ ਸਾਡੇ ਲਈ। ਤੇ ਹੁਣ ਕੀ ਵਿਵਾਦ ਖੜਾ? ਹੁਣ ਵੀਰ ਜੀ ਇਹਦੇ ਉੱਤੇ ਨਾ ਇਸ ਜ਼ਮੀਨ ਦੇ ਵਿੱਚ ਹੀ ਇੱਕ ਬਾਈਪਾਸ ਨਿਕਲ ਰਿਹਾ ਲੁਧਿਆਣਾ ਤੋਂ ਰੋਪੜ ਦਾ, ਉਹਦਾ ਇੱਕ ਨੋਟੀਫਿਕੇਸ਼ਨ ਜਮ੍ਹਾਂਬੰਦੀ ਦੇ ਉੱਤੇ ਹੈਗਾ ਤੇ ਉਹਦੇ ਉੱਤੇ ਡੀਸੀ ਸਾਹਿਬ ਵੱਲੋਂ ਇੱਕ ਸਟੇ ਵੀ ਲਾਇਆ ਗਿਆ ਵਾ। ਉਹਦੇ ਵਿੱਚ ਜਮ੍ਹਾਂਬੰਦੀ ਉੱਤੇ ਐਸਡੀਐਮ ਮੈਡਮ ਤੇ ਨਾਇਬ ਤਹਿਸੀਲਦਾਰ ਵੱਲੋਂ ਵੀ ਇੱਕ ਸਟੇ ਦਾ ਹਵਾਲਾ ਦਿੱਤਾ ਹੋਇਆ ਵਾ। ਫਿਰ ਹੁਣ ਚੌਥੇ ਮਹੀਨੇ ਵਿੱਚ ਆ ਕੇ ਨਗਰ ਕੌਂਸਲ ਦੀ ਇੱਕ ਲੈਟਰ ਦੀ ਬੇਸ ਦੇ ਉੱਤੇ ਇਹਨਾਂ ਨੇ ਇਹਦੀ ਮਾਲਕੀ ਪੱਤੀ ਤੋਂ ਚੇਂਜ ਕਰਕੇ ਨਗਰ ਕੌਂਸਲ ਦੇ ਨਾਂ ਕਰ ਦਿੱਤੀ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ, ਕੀ ਹੋਇਆ, ਕੀ ਕਰਨਾ ਚਾਹੁੰਦੇ? ਅਸੀਂ ਮੁੜ ਕੇ ਫਿਰ ਇਹਦੇ ਆਬਜੈਕਸ਼ਨਸ ਦਿੱਤੇ, ਅਸੀਂ ਐਪਲੀਕੇਸ਼ਨ ਨਾਇਬ ਤਹਿਸੀਲਦਾਰ ਸਾਹਿਬ ਨੂੰ ਦਿੱਤੀ, ਪਟਵਾਰੀ ਸਾਹਿਬ ਨੂੰ ਵੀ ਦਿੱਤੀ, ਪਰ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੋਈ। ਸਾਡੇ ਤੋਂ ਬਿਨਾਂ ਸਾਡਾ ਪੱਖ ਸੁਣੇ ਉਹਦਾ ਜਿਹੜਾ ਇੰਤਕਾਲ ਸੀ ਉਹ ਮਨਜ਼ੂਰ ਵੀ ਕਰ ਦਿੱਤਾ ਗਿਆ। ਤੇ ਹੁਣ ਤੁਸੀਂ ਕੀ ਕੀਤਾ? ਅਸੀਂ ਇਹਦੇ ਤੋਂ ਬਾਅਦ ਜਾਂ ਸਾਡੀ ਕਿਸੇ ਨੇ ਨਹੀਂ ਸੁਣੀ, ਕਿਸੇ ਅਫਸਰ ਨੇ, ਫਿਰ ਅਸੀਂ ਹਾਈ ਕੋਰਟ ਗਏ ਤੇ ਹਾਈ ਕੋਰਟ ਨੇ ਸਾਨੂੰ ਇੱਕ ਆਰਡਰ ਪਾਸ ਕੀਤਾ ਵਾ ਤੇ ਇਸ ਆਰਡਰ ਨੂੰ ਹੁਣ ਅਸੀਂ ਐਸਡੀਐਮ ਮੈਡਮ ਦੇ ਕੋਲ ਲੈ ਕੇ ਜਾਵਾਂਗੇ। ਕੀ ਉਮੀਦ ਲੱਗਦੀ ਹੈ ਹੁਣ ਤੁਹਾਡੀ? ਹੁਣ ਮੈਨੂੰ ਇਹ ਉਮੀਦ ਲੱਗਦੀ ਹੈ ਵੀ ਸਾਨੂੰ ਸਰਕਾਰ ਵੱਲੋਂ ਸਾਨੂੰ ਇਹਦਾ ਮਾਲਕੀ ਦਾ ਹੱਕ ਦਿੱਤਾ ਜਾਊਗਾ, ਸੁਣਵਾਈ ਤੁਹਾਡੇ ਹੱਕ ਸਾਡੇ ਹੱਕ 'ਚ ਹੋਊਗੀ। ਇਹ ਗੱਲ ਪਟਵਾਰੀ ਨੇ ਸਪੈਸ਼ਲੀ ਆਪਣੀ ਇਸ ਰਿਪੋਰਟ ਦੇ ਵਿੱਚ ਲਿਖ ਕੇ, ਤਿੰਨੋਂ ਗੱਲਾਂ ਲਿਖ ਕੇ ਅੱਗੇ ਫਾਰਵਰਡ ਕਰਤੀ। ਤੇ ਅੱਗੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦੇਖੋ ਜਦੋਂ ਇੰਨੀ ਰਿਪੋਰਟ ਫਾਰਵਰਡ ਕੀਤੀ ਹੈ ਤੇ ਹੋਪਫੁਲ ਸੀ ਕਿ ਅੱਗੇ ਜਿਹੜੇ ਰੈਵਨਿਊ ਆਫੀਸਰ ਨੇ ਉਹ ਇੱਕ ਵਧੀਆ ਡਿਟੇਲ ਆਰਡਰ ਪਾਸ ਕਰਨਗੇ, ਪਰ ਤੁਸੀਂ ਇਹ ਵੀ ਹੈਰਾਨ ਹੋਗੇ। ਆ ਦੇਖੋ ਜੀ ਇਹ ਅੱਧੀ ਲਾਈਨ ਦਾ ਵੀ ਆਰਡਰ ਹੈ ਨਹੀਂ, ਲਿਖਿਆ ਹੋਇਆ ਹੈ ਐਜ਼ ਪਰ ਨੋਟੀਫਿਕੇਸ਼ਨ। ਬਹੁਤ ਸਰਪ੍ਰਾਈਜ਼ਿੰਗ ਹੈ। ਇਹ 6/4/2021 ਦਾ ਆਰਡਰ। ਪਤਾ ਨਹੀਂ ਕੀ ਕੰਪੈਲਿੰਗ ਸਰਕਮਸਟਾਂਸ ਸੀਗੇ ਜਿਹੜੇ ਕਿ ਕੋਈ ਇਹ 'ਤੇ ਰਿਪੋਰਟ 'ਤੇ ਕੋਈ ਆਰਡਰ ਨਹੀਂ ਪਾਸ ਹੋਇਆ ਤੇ 3 ਅੱਖਰਾਂ ਦੇ ਵਿੱਚ ਇਹ ਆਰਡਰ ਪਾਸ ਕੀਤਾ ਗਿਆ ਐਸ ਪਰ ਨੋਟੀਫਿਕੇਸ਼ਨ। ਇਮੀਡੀਏਟਲੀ ਉਸ ਤੋਂ ਬਾਅਦ ਪਟਵਾਰੀ ਸਾਹਿਬ ਨੇ 6/4 ਨੂੰ ਹੀ ਦੇਖੋ ਸੇਮ ਡੇ ਹੀ ਇਹਨਾਂ ਨੇ ਜਿਹੜੀ ਪ੍ਰੋਪਰਟੀ ਦਾ ਇੰਤਕਾਲ ਸੀਗਾ ਇਹ ਮਨਜ਼ੂਰੀ ਹਿੱਤ ਪੇਸ਼ ਕਰਤਾ ਸੇਮ ਡੇ 'ਚ। ਜਦ ਕਿ ਲੈਂਡ ਜਿਹੜੀ ਸਭ ਨੂੰ ਪਤਾ ਹੈ ਐਡਮਿਟਡਲੀ ਐਕੁਜ਼ੀਸ਼ਨ ਪ੍ਰੋਸੀਡਿੰਗ ਦੇ ਅੰਡਰ ਆ ਚੁੱਕੀ ਸੀ। ਇਸ ਤੋਂ ਬਾਅਦ ਗੱਲ ਇੱਥੇ ਖਤਮ ਨਹੀਂ ਹੋਈ ਸੀ। ਇਹ ਜਦੋਂ ਇੱਥੇ ਤੱਕ ਮੁੱਦਾ ਪਹੁੰਚਿਆ ਸਾਰਾ ਪਤਾ ਸੀ ਸਾਰੇ ਨੂੰ ਕੀ ਹੋ ਰਿਹਾ, ਤਾਂ ਇਮੀਡੀਏਟਲੀ ਅਸੀਂ ਵੀ ਰਿਪਰੈਜ਼ੈਂਟੇਸ਼ਨਸ ਦੇਣੀ, ਜਦੋਂ ਨਿਰਮਲ ਸਿੰਘ ਨੇ ਇਹਨਾਂ ਨੇ ਓਬਜੈਕਸ਼ਨ ਫਾਈਲ ਕੀਤੀਆਂ। ਓਬਜੈਕਸ਼ਨ ਦੀ ਸਾਡੇ ਕੋਲ ਰਿਸੀਵਿੰਗ ਵੀ ਹੈ ਕਿ ਓਬਜੈਕਸ਼ਨਸ ਰਿਸੀਵ ਕੀਤੀ ਗਈਆਂ ਨੇ ਰੈਵਨਿਊ ਆਫੀਸਰਸ 'ਤੇ।
ਹੁਣ ਜਦੋਂ ਇੱਕ ਵਾਰ ਆਬਜੈਕਸ਼ਨਸ ਰਿਸੀਵ ਹੋ ਜਾਂਦੀਆਂ ਨੇ, ਇਹ ਕਾਨੂੰਨ ਕਹਿੰਦਾ ਜੀ ਸਾਡਾ ਸੈਕਸ਼ਨ 36 ਹੁੰਦਾ, ਜਿਹਦੇ ਹਿਸਾਬ ਨਾਲ ਜਦੋਂ ਕੋਈ ਆਬਜੈਕਸ਼ਨਸ ਆ ਜਾਣ ਤਾਂ ਉਸ ਤੋਂ ਬਾਅਦ ਉਹ ਜਿਹੜੀ ਮਿਊਟੇਸ਼ਨ ਹੈ, ਇੰਤਕਾਲ ਹੈ, ਉਹ ਕੰਟੈਸਟਡ ਬਣ ਕੇ ਉਹ ਅੱਗੇ ਨਾਇਬ ਤਹਿਸੀਲਦਾਰ ਜਿਹੜੇ ਹੈਗੇ ਨੇ ਮਾਛੀਵਾੜਾ ਸਾਹਿਬ, ਉਹਨਾਂ ਨੂੰ ਚਾਹੀਦਾ ਸੀ ਉਹ ਕੰਟੈਸਟਡ ਬਣਾ ਕੇ ਅੱਗੇ ਫਾਰਵਰਡ ਕਰ ਦੇਣ। ਸਾਨੂੰ ਬੜੀ ਹੋਪ ਸੀ ਕਿ ਕੰਟੈਸਟਡ ਹੋਊਗਾ ਅਤੇ ਨਿਰਮਲ ਸਿੰਘ ਨੇ ਜਿਹੜੇ ਇਹਨਾਂ ਦੀ ਸਾਰੀ ਗਵਾਹੀਆਂ ਲਈ ਜਾਣਗੀਆਂ, ਸਾਰੇ ਡਾਕੂਮੈਂਟਸ ਨੂੰ ਦੇਖਿਆ ਜਾਊਗਾ ਕਿ 1947 ਤੋਂ ਲੈ ਕੇ ਤਾਂ ਇਹ ਕਾਬਜ਼ ਨੇ, ਅਤੇ ਜ਼ਮੀਨ ਤਾਂ ਪੱਤੀ ਲੈਂਡ ਹੈ, 1976 ਵਾਲੀ ਨੋਟੀਫਿਕੇਸ਼ਨ ਤੱਕ ਲਾਗੂ ਹੀ ਨਹੀਂ ਹੁੰਦੀ ਇਹ 'ਤੇ। ਇੱਕ ਮੈਂ ਤੁਹਾਨੂੰ ਹੋਰ ਇਹਦੇ ਵਿੱਚ ਲੀਗਲ ਪੁਆਇੰਟ ਦੱਸਣਾ ਚਾਹੂੰਗਾ। ਸੈਕਸ਼ਨ 2 ਹੈ ਜੀ, ਸੈਕਸ਼ਨ 2G ਕਲੌਜ਼ G ਹੈ ਉਹਦੀ, ਉਹ ਮੈਂ ਆਪਣੇ ਪਟੀਸ਼ਨ ਦੇ ਵਿੱਚ ਰਿਪਰੋਡਿਊਸ ਵੀ ਕੀਤਾ ਸੀ, ਜਿਹੜਾ ਅਸੀਂ ਹੁਣ ਦੁਬਾਰਾ ਵੀ ਕਰਾਂਗੇ। ਉਸ ਦੇ ਹਿਸਾਬ ਨਾਲ ਉਹਦੇ ਵਿੱਚ ਡੈਫੀਨੇਸ਼ਨ ਦਿੱਤੀ ਹੋਈ ਹੈ ਸ਼ਾਮਲਾਤ ਦੀ। ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਮੈਂ ਰੈਫਰ ਕਰਦਾ ਇੱਕ ਮਿੰਟ ਲਈ। ਸ਼ਾਮਲਾਤ ਪੱਤੀ ਹੈ ਜਿਹੜੀ, ਇਹ 2G ਕਲੌਜ਼ 3 ਦੇ ਵਿੱਚ ਐਕਸਪਲੇਨ ਕੀਤੀ ਹੋਈ ਹੈ। ਲੈਂਡਸ ਡਿਸਕਰਾਈਬਡ ਇਨ ਦਾ ਰੈਵਨਿਊ ਰਿਕਾਰਡ ਐਜ਼ ਸ਼ਾਮਲਾਤ ਤਰਫ ਪੱਤੀਜ਼, ਇੱਥੇ ਪੱਤੀ ਆਉਂਦੀ ਹੈ ਜੀ। ਪੰਨਾਸ ਐਂਡ ਥੋਲਾਸ ਐਂਡ ਯੂਜ਼ਡ ਅਕੋਰਡਿੰਗ ਟੂ ਰੈਵਨਿਊ ਰਿਕਾਰਡ ਫॉर ਦੀ ਬੈਨੀਫਿਟ ਆਫ ਦਾ ਵਿਲੇਜ ਕਮਿਊਨਿਟੀ ਔਰ ਅ ਪਾਰਟ ਦੇਅਰ ਆਫ ਔਰ ਫॉर ਕਾਮਨ ਪਰਪਸ ਆਫ ਦਾ ਵਿਲੇਜ। ਇਹ ਐਗਜ਼ੈਂਪਟ ਕੀਤੀ ਹੋਈ ਹੈ ਉਹ ਲੈਂਡ। ਇਹਦੇ ਕਹਿਣ ਦਾ ਮਤਲਬ ਇਹ, ਡਿਟੇਲ ਸੈਕਸ਼ਨ ਕਾਫੀ ਲੰਬਾ ਹੈ, ਮੈਂ ਤੁਹਾਨੂੰ ਇੱਕ ਲਾਈਨ ਦੇ ਵਿੱਚ ਸਮਝਾਉਣਾ ਚਾਹੂੰਗਾ। ਜਿਹੜੀ ਲੈਂਡ, ਇਹਦੇ 'ਤੇ ਕਈ ਜਜਮੈਂਟਸ ਵੀ ਨੇ ਆਨਰੇਬਲ ਸੁਪਰੀਮ ਕੋਰਟ ਦੀਆਂ, ਆਨਰੇਬਲ ਹਾਈ ਕੋਰਟ ਦੀਆਂ ਵੀ, ਜਿਹੜੀ ਜ਼ਮੀਨ ਸ਼ਾਮਲਾਤ ਪੱਤੀ ਹੈ, ਜਿਹੜੀ ਜ਼ਮੀਨ ਪਿੰਡ ਦੇ ਸਾਂਝੇ ਕੰਮਾਂ ਲਈ ਵਰਤੀ ਨਹੀਂ ਗਈ ਅਕੋਰਡਿੰਗ ਟੂ ਰੈਵਨਿਊ ਰਿਕਾਰਡ, ਜਿਹੜਾ ਸਾਡਾ ਮਾਲ ਵਿਭਾਗ ਦਾ ਰਿਕਾਰਡ ਹੁੰਦਾ ਉਹਦੇ ਹਿਸਾਬ ਨਾਲ, ਜਾਂ ਇਹ ਕਦੀ ਬੈਨੀਫਿਟ 'ਚ ਕਿਸੇ ਦੇ ਯੂਜ਼ ਨਹੀਂ ਹੋਈ, ਕਿਸੇ ਵੀ ਪਿੰਡ ਵਾਲਿਆਂ ਦੇ ਜਾਂ ਕਿਸੇ ਕਮਿਊਨਿਟੀ ਦੇ, ਤਾਂ ਉਹ ਜ਼ਮੀਨ ਹੈ ਉਹ ਸ਼ਾਮਲਾਤ ਦੇ ਵਿੱਚ ਇਨਕਲੂਡ ਨਹੀਂ ਹੋਏਗੀ। ਸਾਨੂੰ ਹੋਪ ਸੀ ਕਿ ਇਹ ਸਾਰੀਆਂ ਚੀਜ਼ਾਂ ਸਾਡੀਆਂ ਕੰਸੀਡਰ ਕੀਤੀਆਂ ਜਾਣਗੀਆਂ, ਕਿ ਸਾਡੀ ਇਹ ਵੀ ਚੀਜ਼ ਕੰਸੀਡਰ ਕੀਤੀ ਜਾਊਗੀ ਕਿ ਐਕੁਜ਼ੀਸ਼ਨ ਪ੍ਰੋਸੀਡਿੰਗਸ ਆਲਰੇਡੀ ਕੰਟੀਨਿਊਡ ਨੇ, ਚੱਲ ਰਹੀਆਂ ਨੇ, ਅਤੇ ਬੇਸਿਕਲੀ ਇਹਦੇ ਵਿੱਚ ਮੈਟਰ ਕੰਪਨਸੇਸ਼ਨ ਦਾ ਕੀ ਕਾਰਨ ਹੈ ਕਿ ਇੰਨੀ ਜਲਦੀ ਇਹਦਾ ਇੰਤਕਾਲ ਚੇਂਜ ਕੀਤਾ ਜਾ ਰਿਹਾ। ਬਟ ਸਾਨੂੰ ਬਿਨਾਂ ਸੁਣੇ, ਨਿਰਮਲ ਸਿੰਘ ਜੀ ਨੂੰ ਬਿਨਾਂ ਸੁਣੇ ਇਹ ਇੰਤਕਾਲ ਮਨਜ਼ੂਰ ਕਰ ਦਿੱਤਾ ਗਿਆ। ਅਤੇ ਮਨਜ਼ੂਰੀ ਦਾ ਵੀ ਮੈਂ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਗੱਲ ਦੱਸਦਾ, ਜਿੱਥੇ ਮਨਜ਼ੂਰੀ ਕੀਤੀ ਹੈ ਉਹਦੇ ਉੱਪਰ ਵੀ ਲਿਖਿਆ ਹੋਇਆ ਕਿ ਇਸ ਜ਼ਮੀਨ 'ਤੇ ਸਟੇ ਆਰਡਰ ਹੈ। ਸੋ ਇਹ ਗੱਲ ਨਹੀਂ ਹੈ ਕਿ ਰੈਵਨਿਊ ਅਫੀਸ਼ੀਅਲਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜੋ ਰਿਕਾਰਡ ਬੋਲ ਰਿਹਾ, ਮੈਂ ਆਪਣੀ ਕੋਈ ਪਰਸਨਲ ਨੌਲੇਜ ਤੋਂ ਨਹੀਂ ਬੋਲ ਰਿਹਾ, ਰਿਕਾਰਡ ਬੋਲ ਰਿਹਾ ਕਿ ਸਭ ਕੁਝ ਲੀਗਲੀ ਦੇਖਿਆ ਜਾ ਸਕਦਾ ਸੀ। ਸਭ ਕੁਝ ਨਾ ਦੇਖਦੇ ਹੋਏ ਪ੍ਰੋਵੀਜ਼ਨਸ ਨੂੰ ਫੋਲੋ ਨਹੀਂ ਕੀਤਾ ਗਿਆ, ਇੰਤਕਾਲ ਨੂੰ ਮਨਜ਼ੂਰ ਕੀਤਾ ਗਿਆ। ਮੇਰੇ ਕੋਲ ਨਿਰਮਲ ਸਿੰਘ ਜੀ ਨੇ ਅਪਰੋਚ ਕੀਤਾ, ਜਦ ਸਾਰਾ ਕੇਸ ਦੇਖਿਆ ਗਿਆ, ਸਾਡੇ ਕੋਲ ਅਪੀਲ ਦੀ ਰੈਮਡੀ ਸੀ SDM ਸਮਰਾਲਾ ਕੋਲ ਫਾਈਲ ਕਰਨ ਦੀ, ਲੇਕਿਨ ਸਭ ਹਾਲਾਤ ਕੰਸੀਡਰ ਕਰਕੇ ਜਦੋਂ ਸਾਨੂੰ ਲੱਗਿਆ ਕਿ ਇਹਦੇ ਵਿੱਚ ਕੋਈ ਅਲਟੀਰੀਅਰ ਮੋਟਿਵ ਲੱਗ ਰਿਹਾ, ਕੋਈ ਮੈਲਾਫਾਈਡੀ ਲੱਗ ਰਹੀ ਹੈ, ਕੁਝ ਖਰਾਬੀ ਲੱਗ ਰਹੀ ਹੈ ਕਿ ਜਿਹੜੇ ਪ੍ਰੋਵੀਜ਼ਨਸ ਫੋਲੋ ਨਹੀਂ ਕੀਤੇ ਜਾ ਸਕਦੇ, ਅਸੀਂ ਹਾਈ ਕੋਰਟ ਅਪਰੋਚ ਕੀਤਾ। ਮਾਨਯੋਗ ਹਾਈ ਕੋਰਟ ਕੋਲ ਅਸੀਂ ਸਾਰੇ ਇਹ ਜਿਹੜੇ ਫੈਕਟ ਸੀਗੇ, ਜਿਹੜੀ ਜਮ੍ਹਾਂਬੰਦੀਆਂ ਤੋਂ ਲੈ ਕੇ ਸਾਰੇ ਡਾਕੂਮੈਂਟ, ਗਿਰਦਾਵਰੀਆਂ ਤੋਂ ਲੈ ਕੇ ਵਾਜੂਬਲ ਅਰਜ਼ ਹੁੰਦਾ ਹੈ, ਉਹ ਵੀ ਇੱਕ ਬੇਸਿਕ ਡਾਕੂਮੈਂਟ ਹੁੰਦਾ ਹੈ ਰੈਵਨਿਊ ਰਿਕਾਰਡ ਦਾ, ਉਹ ਸਾਰੇ ਕੋਰਟ ਸਾਹਮਣੇ ਰੱਖੇ। ਲੀਗਲ ਸਬਮਿਸ਼ਨ ਸਾਰੀਆਂ ਪਟੀਸ਼ਨ ਵਿੱਚ ਲਿਖੀਆਂ ਗਈਆਂ। ਸਾਨੂੰ ਇਹੀ ਸਾਡਾ ਇੱਕ ਬਹੁਤ ਵੱਡਾ ਨਿਰਮਲ ਸਿੰਘ ਜੀ ਦਾ ਇੱਕ ਤੁਸੀਂ ਕਹਿ ਲਓ ਕਿ ਇਹ ਮੰਨਣਾ ਸੀ ਕਿ ਸਾਨੂੰ ਸੁਣਿਆ ਹੀ ਨਹੀਂ ਗਿਆ, ਅਤੇ ਜਿਹੜਾ ਇੰਤਕਾਲ ਕੀਤਾ ਗਿਆ ਇਹਦੇ ਪਿੱਛੇ ਕੁਝ ਹੋਰ ਗੱਲਾਂ। ਜਦੋਂ ਅਸੀਂ ਆਨਰੇਬਲ ਹਾਈ ਕੋਰਟ ਕੋਲ ਸਾਹਮਣੇ ਆਏ, ਮਿਊਨਸਿਪਲ ਕੌਂਸਲ ਦੇ ਵਕੀਲ ਪੇਸ਼ ਹੋਏ, ਉਹਨਾਂ ਨੇ ਆਉਂਦੇ ਸਰ ਇਹ ਕਿਹਾ ਕਿ ਜੀ ਇਹ ਜਿਹੜੀ ਪਟੀਸ਼ਨ ਹੈ, ਇਹਨਾਂ ਕੋਲ ਇੱਕ ਅਪੀਲ ਦੀ ਜਿਹੜੀ ਹੈਗੀ ਰੈਮਡੀ ਉਹ ਅਵੇਲੇਬਲ ਹੈ, ਜਿਹੜੀ ਕਿ ਨੀਚੇ SDM ਕੰਸਰਨਡ ਕੋਲ ਫਾਈਲ ਕੀਤੀ ਜਾ ਸਕਦੀ ਹੈ। ਅਸੀਂ ਔਰਲੀ ਇਹ ਸਬਮਿਸ਼ਨਸ ਪੁੱਟ ਕੀਤੀਆਂ ਕਿ ਨੋ ਡਾਊਟ ਸਾਡੇ ਕੋਲ ਅਪੀਲ ਦੀ ਰੈਮਡੀ ਹੈਗੀ ਹੈ, ਲੇਕਿਨ ਜਿਸ ਹਿਸਾਬ ਨਾਲ ਪ੍ਰੋਸੀਜਰ ਫੋਲੋ ਕੀਤਾ ਜਾ ਰਿਹਾ ਇਲੀਗਲੀ, ਸਾਨੂੰ ਕੋਈ ਆਸ ਨਹੀਂ ਹੈ ਕਿ ਸਾਡੇ ਨਾਲ ਜਸਟਿਸ ਹੋਵੇ। ਸਾਨੂੰ ਹਾਈ ਕੋਰਟ, ਆਨਰੇਬਲ ਹਾਈ ਕੋਰਟ ਤੋਂ ਰੈਲੀਗੇਟ ਕੀਤਾ ਜਾਵੇ, ਸਾਨੂੰ SDM ਸਮਰਾਲਾ ਇਹਨਾਂ ਕੋਲ ਅਪੀਲ ਫਾਈਲ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ, ਸਾਨੂੰ ਇਹ ਲਿਬਰਟੀ ਦਿੱਤੀ ਜਾਵੇ, ਅਤੇ ਨਾਲ ਹੀ ਇੱਕ ਆਰਡਰ ਕੀਤਾ ਜਾਵੇ, ਡਿਸਪੋਜ਼ ਆਫ ਕੀਤੀ ਜਾਵੇ ਸਾਡੀ ਪਟੀਸ਼ਨ, ਅਤੇ ਜਿਹੜੇ SDM ਸਮਰਾਲਾ ਨੇ ਉਹਨਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਜਾਵੇ ਕਿ ਸਾਡੇ ਸਾਰੀ ਲੀਗਲ ਸਬਮਿਸ਼ਨਸ ਨੇ ਜਿਹੜੀਆਂ
ਉਹਨਾਂ ਨੂੰ ਕੰਸੀਡਰ ਕਰਕੇ ਇੱਕ ਐਪਰੋਪਰੀਏਟ ਆਰਡਰ ਪਾਸ ਕੀਤਾ ਜਾਵੇ। ਇਹਨੇ ਦੇ ਨਾਲ ਇੱਕ ਹੋਰ ਗੱਲ ਦੱਸਣਾ ਚਾਹੂੰਗਾ ਕਿ ਜਦੋਂ ਮੈਂ ਆਰਡਰ ਵਿਡਰਾਅ ਕੀਤਾ, ਮੇਰੀ ਸਬਮਿਸ਼ਨ ਸਪੈਸੀਫਿਕਲੀ ਵਿੱਚ ਨੋਟਡ ਹੈ ਆਰਡਰ ਦੇ ਵਿੱਚ। ਇੱਕ ਲਾਈਨ ਪੜ੍ਹਨਾ ਚਾਹੂੰਗਾ ਜੋ ਮੈਂ ਕੰਟੈਂਟ ਕੀਤੀ ਸੀਗੀ, ਜਿਹੜੀ ਮਾਨਯੋਗ ਹਾਈ ਕੋਰਟ ਨੇ ਮੇਰੀ ਸਬਮਿਸ਼ਨਸ ਰਿਕਾਰਡ ਕੀਤੀਆਂ ਨੇ। ਉਹਨਾਂ ਨੇ ਲਿਖਿਆ ਕਿ ਹਾਊਐਵਰ, ਇਹ ਆਰਡਰ ਨੇ ਜੀ, ਹਾਊਐਵਰ ਹੀ ਪੁਆਇੰਟਸ ਆਊਟ ਦੈਟ ਦੀ ਗਰਾਊਂਡਸ ਵਿਚ ਹੈਵ ਬੀਨ ਟੇਕਨ ਬਾਈ ਦਾ ਪਟੀਸ਼ਨਰ ਵੁੱਡ ਗੋ ਟੂ ਦਾ ਰੂਟ ਆਫ ਦਾ ਜੁਰਿਸਡਿਕਸ਼ਨਲ ਐਸਪੈਕਟ। ਮੇਰਾ ਪੁਆਇੰਟ ਹੀ ਇਹ ਸੀ ਕਿ ਜਿਹੜੇ ਅਸੀਂ ਪੁਆਇੰਟ ਲੈ ਰਹੇ ਹਾਂ, ਬਾਰ-ਬਾਰ ਅਸੀਂ ਪਲੀਡ ਕਰ ਰਹੇ ਹਾਂ, ਸਾਡੀ ਜੇ ਸਾਰੇ ਦੇਖੇ ਜਾਣਗੇ ਤਾਂ ਇਹ ਜੁਰਿਸਡਿਕਸ਼ਨਲ ਐਸਪੈਕਟ ਦੀ ਜੜ 'ਚ ਜਾਣਗੇ, ਕਿਉਂਕਿ ਇਲੀਗੈਲਿਟੀ ਕਮਿਟ ਹੋਈ ਹੈ। ਸੋ ਇਹ ਸਾਰੇ ਮੈਂ ਪੁਆਇੰਟ ਸਾਰੇ ਦੱਸੇ ਸੀ ਅਤੇ ਆਨਰੇਬਲ ਹਾਈ ਕੋਰਟ ਨੇ ਹੁਣ ਸਾਨੂੰ ਲਿਬਰਟੀ ਗਰਾਂਟ ਕੀਤੀ ਹੈ। ਅਸੀਂ ਐਪਲੇਟ ਕੋਰਟ ਦੇ ਸਾਹਮਣੇ ਜਾਵਾਂਗੇ, ਜਿਹੜੀ ਕਿ SDM ਸਮਰਾਲਾ ਬਣਦੇ ਨੇ, ਉਹਨਾਂ ਅੱਗੇ ਜਾ ਕੇ ਮਾਨਯੋਗ ਹਾਈ ਕੋਰਟ ਨੇ ਲਿਖਿਆ ਕਿ ਅਗਰ ਅਸੀਂ ਸਾਰੇ ਪੁਆਇੰਟ ਇਹ ਅਪੀਲ ਦੇ ਵਿੱਚ ਲਵਾਂਗੇ ਤਾਂ ਇੱਕ ਪ੍ਰੋਪਰ ਆਰਡਰ 'ਚ ਆਇਆ ਕਿ ਦਿਸ ਕੋਰਟ ਇਜ਼ ਸੈਂਗੁਇਨ, ਕਿ ਕੋਰਟ ਹੋਪਫੁਲ ਹੈ, ਆਨਰੇਬਲ ਹਾਈ ਕੋਰਟ ਹੋਪਫੁਲ ਹੈ ਕਿ ਐਪਲੇਟ ਕੋਰਟ ਹੈ ਜਿਹੜੀ SDM ਸਮਰਾਲਾ ਨੇ, ਉਹ ਸਾਰੇ ਪੁਆਇੰਟਸ ਕੰਸੀਡਰ ਕਰਨਗੇ। ਸਾਰੇ ਪੁਆਇੰਟਸ ਕੰਸੀਡਰ ਕਰਨ ਤੋਂ ਬਾਅਦ ਉਹਨਾਂ ਨੂੰ ਐਪਰੋਪਰੀਏਟ ਆਰਡਰ ਪਾਸ ਕਰਨਾ ਬਣਦਾ ਹੈ। ਨਾ ਹੁਣ ਇਸ ਸਟੇਜ 'ਤੇ ਸਾਨੂੰ ਪੂਰਾ ਮਤਲਬ ਇਹ ਹੋਪ ਹੈ, ਸਾਨੂੰ ਵੀ ਹੋਪ ਹੈ ਕਿ ਜਿਹੜੀ ਐਪਲੇਟ ਅਥਾਰਟੀ ਹੈ ਇਸ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੀਗਲੀ ਅਤੇ ਇਨ ਅਕੋਰਡੈਂਸ ਵਿਦ ਲਾਅ ਐਪਰੋਪਰੀਏਟ ਆਰਡਰ ਪਾਸ ਕਰਨਗੇ। ਸਟੇ ਨੂੰ, ਲੀਗੈਲਿਟੀ ਨੂੰ, ਜੁਰਿਸਡਿਕਸ਼ਨਲ ਆਸਪੈਕਟ ਨੂੰ, ਸਭ ਨੂੰ ਧਿਆਨ 'ਚ ਰੱਖਿਆ ਜਾਊਗਾ। ਜਿਹੜੇ ਸੈਕਸ਼ਨ ਨੇ ਸਾਡੇ, ਪ੍ਰੋਵੀਜ਼ਨਸ ਨੇ ਸਾਡੇ ਕਾਨੂੰਨ ਦੇ, ਉਹਨਾਂ ਨੂੰ ਵੀ ਧਿਆਨ 'ਚ ਰੱਖਿਆ ਜਾਊਗਾ ਅਤੇ ਨਿਰਮਲ ਸਿੰਘ ਦੀ ਇਹਨਾਂ ਦੀ ਪੂਰੀ ਸੁਣਵਾਈ ਕੀਤੀ ਜਾ ਕੇ ਉਸ ਤੋਂ ਬਾਅਦ ਐਪਰੋਪਰੀਏਟ ਆਰਡਰ ਪਾਸ ਕੀਤਾ ਜਾਵੇ। ਦੇਖੋ ਗੱਲ ਇਹ ਹੈ ਵੀ ਇਹ 31/5 ਨੂੰ ਮੇਰੇ ਵੱਲੋਂ ਇੰਤਕਾਲ ਜਿਹੜਾ ਮਨਜ਼ੂਰ ਕੀਤਾ ਗਿਆ ਸੀਗਾ, ਕਿਉਂਕਿ ਸਰਕਾਰ ਦਾ 1976 ਦੇ ਵਿੱਚ ਹੀ ਨੋਟੀਫਿਕੇਸ਼ਨ ਹੋ ਚੁੱਕਾ ਸੀਗਾ ਵੀ ਜਿਹੜੀਆਂ ਪੱਤੀ ਵਾਲੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਸ਼ਾਮਲਾਟ ਪੱਤੀ ਵਾਲੀਆਂ, ਜੇ ਉਹ ਨਗਰ ਕੌਂਸਲ ਦੀ ਹਦੂਦ ਦੇ ਵਿੱਚ ਪੈਂਦੀਆਂ ਤਾਂ ਨਗਰ ਕੌਂਸਲ ਉਹਦੀ ਮਾਲਕ ਹੋਏਗੀ। ਤੇ ਜਿਵੇਂ ਪਿੰਡਾਂ ਦੇ ਵਿੱਚ ਹੁੰਦੀਆਂ ਸ਼ਾਮਲਾਟ ਪੱਤੀਆਂ, ਉਹਦੀ ਪੰਚਾਇਤ ਉਹਨੂੰ ਕੰਟਰੋਲ ਕਰਦੀ ਹੈ, ਠੀਕ ਹੈ। ਇੱਥੇ ਨਗਰ ਕੌਂਸਲ ਜਿਹੜੀ ਹੈਗੀ ਆ ਉਹਦੀ, ਜਿੱਥੋਂ ਤੁਸੀਂ ਪੁੱਛਿਆ ਹੈਗਾ ਵੀ ਉਹਦੇ 'ਤੇ ਸਟੇ ਸੀ, ਸਟੇ ਦੋ ਤਰ੍ਹਾਂ ਦਾ ਸੀ ਆਪਸ ਵਿੱਚ। ਉਹ 'ਚ ਮਹਿਕਮਾ ਕਿਤੇ ਕੋਈ ਪਾਰਟੀ ਨਹੀਂ ਹੈਗਾ, ਠੀਕ ਹੈ, ਨਾ ਹੀ ਉਹ ਨੋਟੀਫਿਕੇਸ਼ਨ ਦੇ ਖਿਲਾਫ ਕੋਈ ਸਟੇ ਸੀ। ਉਹ ਤਾਂ ਦੋ ਤਰ੍ਹਾਂ ਦਾ ਕਬਜ਼ੇ ਨੂੰ ਲੈ ਕੇ ਸਟੇ ਸੀ, ਮਾਲਕੀ ਨੂੰ ਲੈ ਕੇ ਕੋਈ ਸਟੇ ਨਹੀਂ। ਸਰ ਉਹ ਜਿਹੜਾ NH1 ਦਾ ਸਟੇ, ਹਾਂ ਦੇਖੋ NH1 ਦੀ ਜਿਹੜੀ ਗੱਲ ਹੈਗੀ ਹੈ, NH1 ਦੀ ਜ਼ਰੂਰ ਇਹ ਹੈਗੀ ਹੈ ਵੀ ਟਰਾਂਸਫਰ ਜਿਹੜੀ ਹੈਗੀ ਉਸ ਤੋਂ ਬਾਅਦ ਨਹੀਂ ਹੋਣੀ ਚਾਹੀਦੀ, ਠੀਕ ਹੈ। ਲੇਕਿਨ ਜਦੋਂ ਨੋਟੀਫਿਕੇਸ਼ਨ ਹੋ ਜੇ ਉਹ ਆਟੋਮੈਟਿਕਲੀ ਹੀ ਜਿਹੜੀ ਨਗਰ ਕੌਂਸਲ ਉਹਦੀ ਮਾਲਕ ਹੈ। ਅੱਜ ਤਾਂ ਉਹਨਾਂ ਨੇ ਆਪਦੇ ਰਿਕਾਰਡ ਨੂੰ ਅਪਡੇਟ ਕਰਾਇਆ, ਇਹਨੂੰ ਟਰਾਂਸਫਰ ਨਹੀਂ ਮੰਨਣਾ ਤੁਸੀਂ। ਟਰਾਂਸਫਰ ਤਾਂ ਆਲਰੇਡੀ 76 'ਚ ਹੀ ਹੋ ਗਿਆ ਕੰਮ, ਟਰਾਂਸਫਰ ਤਾਂ 1976 'ਚ ਹੀ ਹੋ ਗਿਆ। ਉਹ ਤਾਂ ਉਹਨਾਂ ਨੇ ਅੱਜ ਅਪਡੇਸ਼ਨ ਕਰਾਈ। ਮੰਨ ਲਓ ਕਿਸੇ ਦੇ ਕੋਲੇ ਰਜਿਸਟਰੀ ਹੈ ਪੁਰਾਣੀ 1976 ਦੀ, ਅੱਜ ਉਹ ਸਾਡੇ ਕੋਲੇ ਆਇਆ ਤਾਂ ਮੇਰਾ ਜੀ ਮੁਟੇਸ਼ਨ ਕਰੋ, ਕਿ ਉਸ ਨੂੰ ਜਵਾਬ ਦੇ ਦਿਆਂਗੇ ਨਹੀਂ ਕਰਨਾ। ਮੁਟੇਸ਼ਨ ਤਾਂ ਰਿਕਾਰਡ ਨੂੰ ਅਪਡੇਟ ਤਾਂ ਕਰਨਾ ਹੀ ਪੈਣਾ, ਇਹ ਤਾਂ ਅਪਡੇਸ਼ਨ ਆਫ ਰੈਵਨਿਊ ਰਿਕਾਰਡ। ਪਰ ਉਹਨਾਂ ਦਾ ਇਹਦਾ ਅਧਿਕਾਰ ਜਿਹੜਾ ਸੀਗਾ ਉਹ SDM ਮੈਡਮ ਕੋਲ ਸੀ, ਨਾ ਕਿ ਤਹਿਸੀਲਦਾਰ। ਨਹੀਂ ਦੇਖੋ, ਜਿੱਥੇ ਸਰਕਾਰ ਦਾ ਇੰਟਰਸਟ ਹੈਗਾ, ਠੀਕ ਹੈ ਨਾ, ਸਰਕਾਰ ਦੇ ਕਿਸੇ ਵੀ ਨੋਟੀਫਿਕੇਸ਼ਨ ਨੂੰ ਅਸੀਂ ਲੋਕ ਕੰਟੈਸਟ ਨਹੀਂ ਕਰ ਸਕਦੇ। ਉਹਨੂੰ ਜੇ ਕੰਟੈਸਟ ਕਰਨਾ ਪਾਰਟੀ ਨੇ, ਉਹਦੇ ਲਈ ਕੋਰਟ ਆ, ਉਹਦੇ ਲਈ ਕੋਰਟ 'ਚ ਜਾਣ, ਉੱਥੇ ਉਹਨੂੰ ਕੰਟੈਸਟ ਕਰ। ਮੇਰੇ ਕੋਲ ਕੰਟੈਸਟ ਤਾਂ ਹੋ ਹੀ ਨਹੀਂ ਸਕਦਾ, ਮੇਰੀ ਤਾਂ ਕੋਈ ਪਾਵਰ ਹੀ ਨਹੀਂ ਉਸ ਚੀਜ਼ ਨੂੰ ਮੈਂ ਕੰਟੈਸਟ ਕਰਾਂ। ਜਿਹੜੇ ਤੁਸੀਂ 1976 ਦਾ ਹਵਾਲਾ ਦੇ ਕੇ ਕਰਿਆ, ਉਹਦੇ ਵਿੱਚ ਇੱਕ ਲਾਈਨਾਂ ਲਿਖੀਆਂ ਹੋਈਆਂ, ਦੋ ਲਾਈਨਾਂ। ਇੱਕ ਤਾਂ ਲਿਖਿਆ ਸੀ ਇਹਨੂੰ 1 ਵੀਕ ਵਿੱਚ ਚੈੱਕ ਕੀਤਾ ਜਾਵੇ, ਜਿੰਨੀ ਜ਼ਮੀਨ ਜਾਇਦਾਦ ਆ ਉਹਨੂੰ 3 ਵੀਕ ਦੇ ਵਿੱਚ ਉੱਤੇ ਕਬਜ਼ਾ ਕੀਤਾ ਜਾਵੇ। ਹਾਂ ਦੇਖੋ, ਉਹ ਜਿਹੜੀ ਗੱਲ ਜਿਹੜੀ ਹੈਗੀ ਹੈ ਉਹ ਤਾਂ ਨਗਰ ਕੌਂਸਲ ਨਾਲ ਸੰਬੰਧਿਤ ਆ ਵੀ ਉਹਨਾਂ ਨੂੰ ਇਹ ਹਦਾਇਤਾਂ ਹੋਈਆਂ ਸੀਗੀਆਂ ਵੀ ਤੁਸੀਂ 1 ਵੀਕ ਦੇ ਵਿੱਚ ਆਪਦੀਆਂ ਪਟੀਸ਼ਨਾਂ ਕਰਾਓ, ਉਸ ਤੋਂ ਬਾਅਦ ਤੁਸੀਂ ਆਪਦਾ ਕਬਜ਼ਾ ਲਓ। ਇਹ ਤਾਂ ਉਹਨਾਂ ਦਾ ਪਾਰਟ ਹੈ, ਮੇਰਾ ਪਾਰਟ ਨਹੀਂ ਗਾ। ਉਹਦਾ ਇਹੀ ਕਹਿਣਾ ਨਾ ਕਿ ਜਿਹੜਾ ਉਹ ਇਹ ਹੋਣ ਦੇ ਬਾਵਜੂਦ ਵੀ ਨਾ ਤਹਿਸੀਲਦਾਰ ਵੱਲੋਂ ਇੰਤਕਾਲ ਚੜਾ ਦਿੱਤਾ ਗਿਆ। ਨਹੀਂ, ਮੈਂ ਤਾਂ ਦੇਖੋ ਕਬਜ਼ਾ ਬਹਾਲ ਰੱਖ ਕੇ ਇੰਤਕਾਲ ਕੀਤਾ। ਮੈਂ ਤਾਂ ਇਵਨ ਕਿ ਉਹਨਾਂ ਦਾ ਕਬਜ਼ਾ ਵੀ ਨਹੀਂ ਤੋੜਿਆ, ਕਿਉਂਕਿ ਉਹਨਾਂ ਨੇ ਸਟੇ ਲਿਆ ਦੋਹਾਂ ਪਾਰਟੀਆਂ, ਜਦ ਕਿ ਮੈਂ ਉਹਦੇ 'ਚ ਪਾਰਟੀ ਨਹੀਂ ਹੈਗਾ, ਸਾਡਾ ਡਿਪਾਰਟਮੈਂਟ ਪਾਰਟੀ ਨਹੀਂ, ਨਗਰ ਕੌਂਸਲ ਉਹ 'ਚ ਪਾਰਟੀ ਨਹੀਂ ਹੈਗੀ, ਠੀਕ ਹੈ। ਲੇਕਿਨ ਫਿਰ ਵੀ ਅਸੀਂ ਕਬਜ਼ੇ ਨੂੰ ਬਹਾਲ ਰੱਖਿਆ, ਔਰ ਨਗਰ ਕੌਂਸਲ ਨੇ ਵੀ ਇਹੀ ਪਲੀ ਲਈ ਹੈ, ਅਸੀਂ ਡਿਊ ਕੋਰਸ ਆਫ ਲਾ, ਐਜ਼ ਪਰ ਲਾ ਹੀ ਕਬਜ਼ਾ ਲਾ। ਇਹ 'ਚ ਲਾਲਚ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਨਗਰ ਕੌਂਸਲ 1976 ਦੇ ਵਿੱਚ ਨੋਟੀਫਿਕੇਸ਼ਨ ਸਰਕਾਰ ਨੇ ਕੀਤੀ ਹੋਈ, ਲੇਕਿਨ ਮੇਰੇ ਤੋਂ ਪਹਿਲਾਂ ਜਿਹੜੇ ਰਹਿ ਲਏ, ਮੈਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ। ਮੇਰੀ ਜਦ ਤੋਂ ਨੌਲੇਜ ਆਈ ਹੈ, ਮੈਂ ਉਸੇ ਦਿਨ ਤੋਂ ਆਪਣਾ ਪ੍ਰੋਸੈਸ ਸ਼ੁਰੂ ਕਰਤਾ। ਪ੍ਰੋਸੈਸ ਸ਼ੁਰੂ ਕਰਕੇ ਥਰੂ ਮਤਲਬ ਨੋਟੀਫਿਕੇਸ਼ਨ ਜੋ ਸਰਕਾਰ ਦੀ, ਉਹਦੇ ਥਰੂ ਇੰਤਕਾਲ ਸਾਡੀ ਕਮੇਟੀ ਦੇ ਨਾਮ ਹੋ ਗਿਆ, ਔਰ ਅਸੀਂ ਜਲਦੀ ਹੀ ਉਹਦਾ ਕਬਜ਼ਾ ਲੈਣ ਜਾ ਰਹੇ ਹਾਂ।
ਔਰ ਜਲਦੀ ਹੀ ਅਸੀਂ ਰਿਕਵਰੀ ਦਾ ਕੇਸ ਪਾ ਰਹੇ ਹਾਂ। ਜਦ ਤੋਂ ਉਹ ਜ਼ਮੀਨ ਨੂੰ ਬਾਹਰ ਰਿਹਾ, ਉਹ ਮਤਲਬ ਉਹਦਾ ਰਿਕਵਰੀ ਹੈ ਜਿਹੜੀ, ਉਹ ਉਹਨਾਂ ਨੇ ਮਤਲਬ ਬੇਮਾਲਕੀ ਤੋਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ, ਤੇ ਅਸੀਂ ਉਹਨਾਂ ਦੇ ਕੋਲੋਂ ਮਾਲਕ ਕਮੇਟੀ ਆ, ਕਮੇਟੀ ਉਹਦੇ ਕੋਲੋਂ ਰਿਕਵਰੀ ਦਾ ਕੇਸ ਪਾ ਲਿਆ। ਪ੍ਰਧਾਨ ਜੀ, ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੀ ਇਹ ਜ਼ਮੀਨ ਆ 1976 ਵਾਲਾ ਹਵਾਲਾ ਲੈ ਕੇ ਕਰੀ ਆ, ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਆ ਵੀ ਜਿਹੜੀ ਇਹ 1976 ਦੀ ਰਿਕਵਰੀ ਆ, ਉਹ ਇੱਕ ਹਫ਼ਤੇ ਦੇ ਵਿੱਚ ਜ਼ਮੀਨ ਚੈੱਕ ਕਰਨੀ ਸੀ ਨਗਰ ਕੌਂਸਲ ਵੱਲੋਂ, ਤੇ 3 ਹਫ਼ਤਿਆਂ ਵਿੱਚ ਉਹਤੇ ਕਬਜ਼ਾ ਲੈਣਾ ਸੀ, ਜਦ ਕਿ 1976 'ਚ ਹੀ ਇਹ ਟਰਮ ਪੂਰੀ ਹੋ ਚੁੱਕੀ ਆ। ਉਹ ਤੋਂ ਇਹ ਬਾਅਦ ਤਾਂ ਨਗਰ ਕੌਂਸਲ, ਜੇ ਉਹਨਾਂ ਨੂੰ ਕੋਈ ਇਤਰਾਜ਼ ਆ ਚੱਲ ਜਾਣਾ, ਉਹ ਅਸੀਂ ਤਾਂ ਆਪਣੀ ਕਮੇਟੀ ਦਾ ਹੱਕ ਜਤਾ ਲਿਆ। ਜੇ ਉਹਨਾਂ ਨੂੰ ਕੋਈ ਇਤਰਾਜ਼ ਆ ਆਪਣਾ ਕੋਰਟ ਚੱਲ ਜਾਣਾ, ਹਾਈ ਕੋਰਟ ਗਏ ਸੀ, ਉੱਥੋਂ ਉਹਨਾਂ ਨੇ ਵਿਡਰਾ ਕਰ ਲਿਆ, ਸਾਡੇ ਹੱਕ ਦੇ ਵਿੱਚ ਹੋ ਗਿਆ, ਉੱਥੇ ਡਿਸਮਿਸ ਕਰ ਦਿੱਤੀ ਆ। ਜੇ ਉਹਨਾਂ ਨੂੰ ਕੋਈ ਹੋਰ ਇਤਰਾਜ਼ ਆ, ਜਿੱਥੇ ਮਰਜ਼ੀ ਚੱਲ ਜਾਣ, ਕੋਰਟ ਦੇਖੋ ਸੰਵਿਧਾਨ ਦੇ ਮੁਤਾਬਕ ਉਹ ਜਿੱਥੇ ਮਰਜ਼ੀ ਕੋਰਟ ਚੱਲ ਜਾਣ, ਅਸੀਂ ਕੇਸ ਲੜਾਂਗੇ, ਜੇ ਕੋਈ ਹੋਏ, ਮਾਲਕ ਅਸੀਂ ਹਾਂ। ਦੂਜੇ ਪਾਸੇ ਪ੍ਰਧਾਨ ਜੀ ਉਹ ਇਹ ਵੀ ਕਹਿੰਦੇ ਨੇ ਵੀ ਇਹਦੇ ਸਟੇ ਲੱਗੀ ਹੋਈ ਆ। ਕੋਈ ਸਟੇ ਨਹੀਂ ਹੈ। ਸਟੇ ਦੀ ਵੀ ਸੁਣ ਲਓ, ਸਟੇ ਉਹਨਾਂ ਨੇ ਇੱਕ ਫਰਜ਼ੀ ਬੰਦਾ ਖੜਾ ਕਰਕੇ ਕਮੇਟੀ ਦੀ ਤਰਫੋਂ ਉਹਨਾਂ ਨੇ ਉੱਥੇ ਜੱਜ ਦੇ ਸਟੇ ਲੈ ਲਈ, ਉਹ ਕੋਈ ਸਟੇ ਨਹੀਂ ਹੈ। ਸਾਰੇ ਕਾਗਜ਼ ਤਹਿਸੀਲਦਾਰ ਸਾਹਿਬ ਨੇ ਦੇਖ ਕੇ ਤਾਂ ਹੀ ਸਾਡੇ ਨਾਂ ਇੰਤਕਾਲ। ਇਹ ਜਿਹੜੀ ਸਟੇ ਆ, ਇੱਕ ਐਸਡੀਐਮ ਦੀ ਸਟੇ ਹੈ ਜੀ, ਉਹਦੇ ਉੱਪਰ ਇੱਕ ਨੈਸ਼ਨਲ ਹਾਈਵੇ ਦੀ ਸਟੇ ਆ, ਇੱਕ ਡੀਸੀ ਦੀ ਸਟੇ ਆ, ਇੱਕ ਤਹਿਸੀਲਦਾਰ ਦੀ ਵੀ ਸਟੇ ਆ ਉਹਦੇ ਉੱਪਰ। ਉਹ ਤੋਂ ਬਾਅਦ ਇਹ ਜਿਹੜੀ ਨਗਰ ਕੌਂਸਲ ਨੇ ਇਹਦਾ ਇੰਤਕਾਲ ਕੀਤਾ ਗਿਆ, ਜਦ ਕਿ ਇਹਦੇ ਉੱਪਰ ਸਟੇ ਚੱਲੀ ਜਾ ਰਹੀ ਹੈ। ਉਹਨਾਂ ਦਾ ਇਹ ਕਹਿਣਾ ਫਰਜ਼ੀ ਸਟੇ ਆ, ਉਹਨਾਂ ਨੇ ਫਰਜ਼ੀ ਬੰਦਾ ਉੱਥੇ ਖੜਾ ਕਰਕੇ, ਉਹ ਵੀ ਮਤਲਬ ਆ ਵੀ ਕੋਰਟ ਜਵਾਬ ਦੇਣਗੇ। ਜੋ ਪ੍ਰਧਾਨ ਜੀ, ਉਹ ਤਾਂ ਇਹ ਕਹਿੰਦੇ ਵੀ ਨੈਸ਼ਨਲ ਹਾਈਵੇ ਉਹ ਵੇਚ ਕਹੀ ਜਾਣ, ਉਹਨਾਂ ਦੇ ਕਹਿਣ ਨਾਲ ਮੇਰਾ ਕੋਈ ਨਾ, ਅਸੀਂ ਮਾਲਕ ਹਾਂ ਉਹਦੇ। ਉਹ ਤਾਂ ਬਥੇਰਾ ਕੁਝ ਕਹਿਣਗੇ, ਜਿਹਦੇ ਹੱਥੋਂ ਜਾਣੀ ਉਹਨਾਂ ਨੂੰ ਤਾਂ ਬਥੇਰਾ ਕੁਝ ਕਹਿਣਾ, ਅਸੀਂ ਮਾਲਕ ਹਾਂ। ਇੰਤਕਾਲ ਸਾਡੇ ਨਾਂ ਆਪਣੇ ਇੰਤਕਾਲ ਕਰਾ ਲੈਂਦੇ, ਜੇ ਉਹਨਾਂ ਦਾ ਹੱਕ ਬਣਦਾ ਤਾਂ ਆਪਣੇ ਨਾਂ ਇੰਤਕਾਲ ਕਰਾ ਲੈਂਦੇ, ਉਹ ਮਾਲਕ ਬਣ ਜਾਂਦੇ। ਅਸੀਂ ਮਾਲਕ ਹਾਂ, ਜਿਹਦੇ ਨਾਂ ਇੰਤਕਾਲ ਹੋ ਗਿਆ, ਮਾਲਕ ਹੈਗਾ ਕਿ ਨਹੀਂ ਹੈਗਾ ਉਹ। ਇੱਕ ਉਹ ਅੱਜ ਸਾਨੂੰ ਸਟੇ ਦੀ ਉਹ ਦਿਖਾਈ ਆ ਵੀ ਹਾਈ ਕੋਰਟ ਵੱਲੋਂ ਇੱਕ ਆਰਡਰ ਐਸਡੀਐਮ ਨੂੰ ਪਾਸ ਕੀਤਾ ਗਿਆ ਵੀ ਇਹਦੀ ਦੁਬਾਰਾ ਇਨਕੁਆਇਰੀ ਕੀਤੀ ਜਾਵੇ। ਪਾ ਦੇਣ, ਇਨਕੁਆਇਰੀ ਹੋ ਜਾਵੇ, ਸਾਨੂੰ ਕੀ ਇਤਰਾਜ਼ ਆ। ਅਸੀਂ ਤਾਂ ਆਪਣੇ ਹੱਕ ਲਈ ਲੜੇ ਆ। ਜੇ ਕੋਈ ਹਾਈ ਅਥਾਰਟੀ ਸਾਨੂੰ ਕੋਈ ਇਗਨੋਰ ਕਰ ਦੂਗੀ ਤਾਂ ਸਾਡਾ ਤਾਂ ਕੋਈ ਹੱਕ ਨਹੀਂ ਬਣਦਾ। ਫਿਰ ਅਸੀਂ ਤਾਂ ਆਪਣਾ ਹੱਕ ਲਿਆ। ਜੇ ਸਰਕਾਰ ਕੋਈ ਕੋਰਟ ਕਚਹਿਰੀ ਕੋਈ ਮਤਲਬ ਸੱਤ ਉੱਪਰਲੀ ਅਥਾਰਟੀ ਸਾਨੂੰ ਕਹਿੰਦੀ ਆ ਵੀ ਤੁਹਾਡਾ ਨਹੀਂ ਹੱਕ ਹੈਗਾ, ਤਾਂ ਮੈਂ ਆਪਣਾ ਉਸ ਹਿਸਾਬ ਨਾਲ ਚੱਲ ਪੂੰਗਾ। ਮਾਛੀਵਾੜੇ ਤੋਂ ਗੁਰਦੀਪ ਟੱਕਰ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, यानी कि 125 बीमारियां दा संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियाउंदा है रौनक। फ्री रिलीफ पावर कब्ज़ तो परेशान होने की हुण जरूरत नहीं है, कब्ज़ तो छुटकारा पाउण लई आ गया कब्ज़ हर चूरन। कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 94 784 84087। नंबर एक बार फिर तुसी नोट कर सकते हो 9478 48 4087।